ਜਸਬੀਰ ਮੰਡ ਦਾ ਨਾਵਲ 84 ਲੱਖ ਯਾਦਾਂ ਦਾ ਦੂਸਰਾ ਕਾਂਡ। ਕਦੀ ਕਦੀ ਕੁਝ ਸਵਾਲ ਮੈਂ ਆਪਣੀਆਂ ਯਾਦਾਂ ਨੂੰ ਸੰਭਾਲ ਕੇ ਰੱਖਣ ਲਈ ਕਹਿ ਕੇ ਭੁੱਲ ਜਾਂਦਾ, ਪਰ ਜਦੋਂ ਅਚਾਨਕ ਯਾਦ ਕਰਾ ਦਿੰਦੀਆਂ ਨੇ ਤਾਂ ਮੈਂ ਖਿੱਚਦਾ। ਹੁਣੇ ਜੀ ਕੀਤਾ ਸੀ ਥੋੜ੍ਹਾ ਗੁੱਸਾ ਹੋਵਾਂ, ਪਰ ਯਾਦ ਹਾਸੇ ਵਾਲੀ ਗੱਲ ਕਰਾਤੀ। ਜਦੋਂ ਲੜੀ ਸ਼ੁਰੂ ਹੋਈ ਤਾਂ ਰੋਕਣ ਤੇ ਬੇਵੱਸੀ ਜ਼ਾਹਰ ਕਰ ਦਿੱਤੀ। ਇਹ ਘਟਨਾ ਹੁਕਮੇ ਨੂੰ ਮਾਰਨ ਤੋਂ ਦੂਜੇ ਦਿਨ ਦੀ ਸੀ। ਅਸੀਂ ਸੂਈਏ ਦੇ ਅੱਗੇ ਇੱਕ ਹੋਰ ਸੂਈਏ ਨੂੰ ਵਿਹੜੇ 'ਚੋਂ ਬਾਹਰ ਕੱਢਿਆ। ਜਿਵੇਂ ਅਕਸਰ ਮਨਜੀਤ ਪੁੱਛਦਾ ਸੀ, ਉਹਨੇ ਪੁੱਛਿਆ, ਤੁਹਾਡੇ ਸਿਵੇ ਕਿੱਥੇ ਆ? ਮੈਂ ਨਹੀਂ ਜੀ ਦੱਸਦਾ, ਕਿਸੇ ਤੋਂ ਪੁੱਛ ਲਓ। ਸਾਡੀ ਹਾਸੀ ਨਿਕਲ ਗਈ। ਇਹ ਸਵਾਲ ਹੀ ਅਜੀਬ ਸੀ, ਜਿੱਥੇ ਮਾਰਨਾ ਸੀ ਉੱਥੇ ਹੀ ਸਿਵੇ ਬਣ ਜਾਣੇ ਸਨ। ਕਈ ਵਾਰੀ ਭਿਆਨਕਤਾ ਨਾਲ ਮਿਲਦਾ ਜੁਲਦਾ ਜਵਾਬ ਕਿੰਨਾ ਹਾਸੋਹੀਣਾ ਜਾਪਦਾ। ਮੈਂ ਆਪਣੇ ਕੋਲੋਂ ਉਸ ਸਮੇਂ ਦੀ ਹਾਸੀ ਵਾਲੀ ਲੋਭ ਮੁੜ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਸ ਬੰਦੇ ਨੇ ਇੱਕ ਵੀ ਕਦਮ ਨਹੀਂ ਸੀ ਪੁੱਟਿਆ। ਉਹਨੂੰ ਉੱਥੇ ਹੀ ਮਾਰਨਾ ਪਿਆ ਸੀ। ਮੁੜ ਕੇ ਉਹਦਾ ਕੁਝ ਵੀ ਨਾ ਬੋਲਣਾ ਸਹਿਮ ਦਾ ਕੋਈ ਆਖਰੀ ਹੌਕਾ ਸੀ। ਮੌਤਾਂ ਦੀਆਂ ਜਿਹੀਆਂ ਕੱਚੀਆਂ ਨਿਸ਼ਾਨੀਆਂ ਭੈਆਂ ਦੇ ਢੇਰਾਂ ਉੱਪਰ ਖੜ ਕੇ ਯਾਦ ਕਰਨੀਆਂ ਪੈਂਦੀਆਂ ਨੇ, ਪਰ ਹੁਕਮੇ ਦੀ ਮੌਤ ਤੋਂ ਬਾਅਦ ਕੁਝ ਅਲੱਗ ਵਾਪਰਨ ਲੱਗ ਪਿਆ ਸੀ। ਅਸੀਂ ਜਿਹਨੂੰ ਬੋਲਣ ਦੀ ਖੁੱਲ੍ਹ ਦਿੱਤੀ, ਉਹਦੀ ਚੁੱਪ ਭੈੜੀ ਲੱਗੀ। ਜਿਹਨੂੰ ਚੁੱਪ ਰਹਿਣ ਲਈ ਕਿਹਾ, ਉਹਦਾ ਬੋਲਣਾ ਨਾ ਜੱਚਿਆ। ਹੁਣ ਮੈਨੂੰ ਪਤਾ ਸੀ ਕਿ ਯਾਦਾਂ ਹੁਕਮੇ ਕੋਲ ਜ਼ਰੂਰ ਜਾਣਗੀਆਂ। ਇੱਥੇ ਵੀ ਉਹਨਾਂ ਮੇਰੀ ਇੱਕ ਨਹੀਂ ਪੁੱਗਣ ਦਿੱਤੀ। ਕੁਝ ਘਟਨਾਵਾਂ ਭਾਸ਼ਾ ਦੇ ਜੰਜਾਲ 'ਚ ਫਸਦੀਆਂ ਹੀ ਨਹੀਂ, ਉਹ ਜਾਂ ਤਾਂ ਦਿਸਦੀਆਂ ਨੇ ਜਾਂ ਸੁਣਦੀਆਂ ਨੇ। ਹੁਕਮੇ ਦਾ ਚਿਹਰਾ ਵੀ ਇਸ ਤਰ੍ਹਾਂ ਹੀ ਸੀ। ਉਹ ਦਿਸਣ 'ਚ ਰੁਕ ਗਿਆ ਸੀ। ਉਹਦੇ ਮਰੇ ਹੋਏ ਸਰੀਰ 'ਚ ਕਿਤੇ ਮੌਤ ਦਿਸੀ ਨਹੀਂ ਸੀ। ਕੁਝ ਮੌਤਾਂ ਮੁਕੰਮਲ ਹੋ ਕੇ ਕੋਮਲ ਹੋ ਜਾਂਦੀਆਂ ਨੇ, ਉਸ ਚਿਹਰੇ ਅੱਗੇ ਨਿਰਵਿਰੋਧ ਹੋ ਜਾਂਦੀਆਂ ਨੇ, ਜਿਹਨੂੰ ਕੋਈ ਡਰਾਉਣਾ ਚਾਹੁੰਦਾ ਸੀ। ਅਜਿਹੀਆਂ ਮੌਤਾਂ ਗੁੱਸੇ ਦੀ ਨੈਤਿਕਤਾ ਖੋਹ ਲੈਂਦੀਆਂ ਨੇ, ਤਾਕਤਵਰ ਹੋਣ ਦਾ ਸਤਿਕਾਰ ਘਟਾ ਦਿੰਦੀਆਂ ਨੇ। ਮੈਂ ਕਈ ਵਾਰ ਨਵੇਂ ਸਿਰੇ ਤੋਂ ਉਹਦੀ ਮੌਤ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਦੇ ਕਦੇ ਮੌਤ ਨੇ ਜਿਹੜਾ ਦਮਨ ਮਰਨ ਵਾਲੇ ਨਾਲ ਕਰਨਾ ਹੁੰਦਾ, ਉਹ ਮਾਰਨ ਵਾਲੇ ਨੂੰ ਸੌਂਪ ਜਾਂਦੀ ਹੈ। ਉਦੋਂ ਜ਼ਿਆਦਾ ਵਾਪਰਦਾ ਜਦੋਂ ਮਰਨ ਵਾਲਾ ਮਾਰਨ ਵਾਲੇ ਦੀ ਇੱਕ ਨਹੀਂ ਚੱਲਣ ਦਿੰਦਾ। ਸ਼ਾਇਦ ਉਸ ਰਾਤ ਅਸੀਂ ਇਸੇ ਕਰਕੇ ਚੁੱਪ ਰਹੇ ਸਾਂ। ਉਸ ਦਿਨ ਤੋਂ ਹੀ ਮੌਤ ਦੇ ਅਕਾ ਦੇਣ ਵਾਲੇ ਭਰੋਸੇ ਮੇਰੀਆਂ ਅੱਖਾਂ 'ਚ ਰੜਕ ਰਹੇ ਸਨ। ਮਾਰਨ ਤੋਂ ਕੁਝ ਦੇਰ ਪਹਿਲਾਂ ਜਦੋਂ ਅਸੀਂ ਕਿਸੇ ਨੂੰ ਜਿਉਂਦਾ ਰੱਖਦੇ ਹਾਂ ਤਾਂ ਜੋ ਉਹਦੇ ਮਰਨ ਦੇ ਤਰਕ ਲਈ ਸਮਾਂ ਮਿਲ ਸਕੇ, ਉਸ ਸਮੇਂ ਜੇ ਕੋਈ ਮਰਨ ਦੇ ਸਾਹਸ ਨਾਲ ਸਾਡੇ ਵੱਲ ਤੱਕਦਾ ਤਾਂ ਉਹ ਸਮਾਂ ਬੜੀ ਦੁਬਿਧਾ ਵਾਲਾ ਹੁੰਦਾ ਹੈ। ਲੰਘੇ ਦਿਨਾਂ 'ਚ ਜਿਹਾ ਇੱਕ ਚਿਹਰਾ ਹੁਕਮੇ ਦਾ ਆਇਆ ਸੀ। ਉਹ ਆਪਣੇ ਹਿੱਸੇ ਦਾ ਦਬਾਅ ਸਾਨੂੰ ਫੜਾ ਕੇ ਲੰਘ ਗਿਆ ਸੀ। ਮੈਂ ਆਪਣੀਆਂ ਯਾਦਾਂ ਨਾਲ ਇਸੇ ਕਰਕੇ ਗੁੱਸੇ ਰਹਿੰਦਾ। ਉਹ ਇਸ ਹਿੱਸੇ ਨੂੰ ਭੁਲਾ ਨਹੀਂ ਸਕਦੀਆਂ। ਮੈਂ ਯਾਦਾਂ 'ਚ ਆਪਣਾ ਰਸੂਖ ਰੱਖਣਾ ਚਾਹੁੰਦਾ। ਮੇਰੇ ਰਸੂਖ ਨੇ ਦੋਵਾਂ ਦੀ ਮੌਤ ਨੂੰ ਫਿਰ ਯਾਦ ਕੀਤਾ। ਇੱਕ ਨੇ ਕਿਹਾ ਸੀ, ਮੈਨੂੰ ਇੱਥੇ ਹੀ ਮਾਰ ਦਿਓ, ਅਤੇ ਦੂਜਾ ਸਾਡੇ ਨਾਲ ਤੁਰ ਪਿਆ ਸੀ, ਜਿੱਥੇ ਤੁਹਾਡਾ ਜੀ ਕਰੇ ਉੱਥੇ ਮਾਰ ਦਿਓ। ਦੋਵਾਂ ਦੀ ਮੌਤ 'ਚ ਕੀ ਫਰਕ ਸੀ? ਛੇਤੀ ਮੌਤ ਮੰਗਣ ਵਾਲਾ ਸਾਥੋਂ ਡਰ ਗਿਆ ਸੀ, ਉਹਨੇ ਸਾਡੀ ਮਰਜ਼ੀ ਦਾ ਸਾਥ ਦਿੱਤਾ ਸੀ। ਦੂਜੇ ਨੇ ਵੀ ਸਾਡੀ ਮਰਜ਼ੀ ਉੱਪਰ ਛੱਡ ਦਿੱਤਾ ਸੀ, ਫਿਰ ਸਾਸੀ ਹੋ ਨਿਕਲਿਆ ਸੀ। ਕੁਝ ਘਟਨਾਵਾਂ ਮੌਤ ਤੋਂ ਬਾਅਦ ਕਿੰਨੀਆਂ ਪ੍ਰੌੜ ਹੋ ਜਾਂਦੀਆਂ ਨੇ, ਪਰ ਉਹ ਸਾਡੇ ਹੱਕ 'ਚ ਨਹੀਂ ਰਹਿੰਦੀਆਂ। ਚੁਫੇਰੇ ਪਿੰਡਾਂ ਨੂੰ ਪੁਲਿਸ ਦਾ ਘੇਰਾ ਸੀ। ਮੈਂ 5 ਦਿਨਾਂ ਤੋਂ ਘਰ ਤੋਂ ਬਾਹਰ ਨਹੀਂ ਸੀ ਨਿਕਲਿਆ। ਮੈਨੂੰ ਛੁਪਾਉਣ ਲਈ ਇਹ ਘਰ ਬਹੁਤ ਗੰਭੀਰ ਜਾਪਦਾ ਸੀ। ਮੇਰੀ ਖਬਰ ਨਾਲ ਇਸ ਘਰ ਨੇ ਉੱਜੜ ਜਾਣਾ ਸੀ। ਆਪਣੇ ਲਈ ਕਿਸੇ ਹੋਰ ਚਿਹਰੇ ਉੱਤੇ ਅਜਿਹੀ ਘਬਰਾਹਟ ਨਾਲ ਅਚਵੀ ਜਿਹੀ ਲੱਗ ਜਾਂਦੀ ਹੈ। ਉਹ ਜਿੰਨੀ ਵਾਰ ਵੀ ਮੈਨੂੰ ਰੋਟੀ ਦੇਣ ਆਏ, ਸਿਰਫ ਸਾਹਾਂ 'ਚ ਹੀ ਗੱਲ ਹੋਈ। ਅੱਜ ਮੈਂ ਬੇਬੇ ਨੂੰ ਖਿੱਚ ਕੇ ਕਿਹਾ ਸੀ, ਇੰਨਾ ਕਿਉਂ ਡਰਦੇ ਹੋ? ਪੁੱਤ, ਟੱਬਰ ਦਾ ਸੋਚਣਾ ਪੈਂਦਾ ਹੈ। ਇਸ ਤੋਂ ਬਾਅਦ ਮੇਰੇ ਕਮਰੇ 'ਚ ਹੋਰ ਕੋਈ ਨਹੀਂ ਆਇਆ। ਗਲੀ 'ਚ ਕਈ ਵਾਰੀ ਓਪਰੇ ਬੂਟਾਂ ਦੀ ਦਗੜ ਦਗੜ ਸੁਣੀ। ਕਾਂਸੇ ਉੱਪਰ ਪਈ ਸਾਈਨਾਈਡ ਦੀ ਪੁੜੀ ਮੈਂ ਜੇਬ 'ਚ ਪਾ ਲਈ ਸੀ। ਅਜਿਹੇ ਸਮੇਂ ਕਈ ਵਾਰ ਜਾਪਦਾ ਜਿਵੇਂ ਮੈਂ ਮੌਤ ਨੂੰ ਪਲੋਸ ਰਿਹਾ ਹੋਵਾਂ। ਜਿਵੇਂ ਕਿਸੇ ਜ਼ਹਿਰੀਲੇ ਸੱਪ ਨੂੰ ਲੰਘ ਜਾਣ ਲਈ ਅਸੀਂ ਖਾਲੀ ਹੱਥ ਖੜ ਜਾਂਦੇ ਹਾਂ। ਫਿਰ ਕਿੰਨੀ ਦੇਰ ਉਹਦੀ ਯਾਦ ਹੀ ਭੁੱਲ ਜਾਂਦੀ ਹੈ। ਜਦੋਂ ਦੁਬਾਰਾ ਚੇਤੇ ਆਉਂਦੀ ਹੈ, ਉਦੋਂ ਮੈਂ ਆਪਣੇ ਆਪ ਨੂੰ ਠੀਕ ਜਗ੍ਹਾ ਤੋਂ ਛੂਹ ਕੇ ਵੇਖਦਾ ਰਹਿੰਦਾ। ਇਹ ਠੀਕ ਜਗ੍ਹਾ ਕਿਹੜੀ ਹੈ? ਇਹ ਤਾਂ ਹਰ ਵਾਰ ਬਦਲ ਜਾਂਦੀ ਹੈ। ਉਂਝ ਇਹ ਜਗ੍ਹਾ ਲੱਭੀ ਹੋਈ ਲੱਭਦੀ ਨਹੀਂ। ਇਹ ਮੇਰੇ ਪਿੰਡੇ 'ਚ ਤੁਰਦੀ ਫਿਰਦੀ ਰਹਿੰਦੀ ਹੈ, ਕਿਸੇ ਫਕੀਰ ਵਾਂਗ ਇੱਕ ਥਾਂ ਟਿਕਦੀ ਹੀ ਨਹੀਂ। ਪਰ ਜਿਸ ਜਗ੍ਹਾ ਬੀਬੀ ਹੱਥ ਰੱਖਦੀ ਹੈ, ਉੱਥੇ ਹੀ ਪਹੁੰਚ ਜਾਂਦੀ ਹੈ। ਇਸ ਵਾਰੀ ਜਦੋਂ ਪਿੰਡ ਗਿਆ ਸੀ ਤਾਂ ਬੀਬੀ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਸੀ। ਵਾਪਸੀ 'ਤੇ ਮੈਂ AK-47 ਨੂੰ ਉਸ ਮੋਢੇ ਉੱਤੇ ਨਹੀਂ ਸੀ ਰੱਖ ਸਕਿਆ। ਅੱਜ 10 ਦਿਨ ਬਾਅਦ ਮੈਂ ਆਪਣੇ ਟਿਕਾਣੇ ਤੋਂ ਬਾਹਰ ਨਿਕਲਿਆ ਸਾਂ। ਬੜਾ ਆਰਾਮ ਕੀਤਾ। ਬੰਦ ਕਮਰੇ 'ਚ ਸਾਰੀ ਜ਼ਿੰਮੇਵਾਰੀ ਕੰਨਾਂ ਦੀ ਹੀ ਰਹੀ। ਇਹ ਸੁਣਨ ਤੇ ਦਿਸਣ ਨੂੰ ਅੱਜ ਕੱਲ੍ਹ ਮੈਂ ਬੜਾ ਪਰੇਸ਼ਾਨ ਕਰਦਾ। ਸ਼ੁਰੂ 'ਚ ਨਜ਼ਰਾਂ ਨੇ ਬਥੇਰਾ ਸਮਝਾਇਆ ਸੀ ਕਿ ਝਾਕਣੀਆਂ 'ਚ ਘਿਰਨਾ ਨਹੀਂ ਹੁੰਦਾ। ਦਿਸਣ ਨੂੰ ਦੇਖਣ ਤਾਂ ਦੇ,
ਫਿਰ ਜਦੋਂ ਆਕਾਰਾਂ ਨੇ ਧੋਖਾ ਦੇਣਾ ਸ਼ੁਰੂ ਕੀਤਾ ਤਾਂ ਝਾਕੜੀਆਂ ਨਿੱਸਲ ਹੋ ਗਈਆਂ ਤੇ ਉਹਨਾਂ ਦੀ ਕੰਨਾਂ ਨਾਲ ਅਣਬਣ ਹੋਣ ਲੱਗੀ। ਸ਼ਰਤਾਂ ਉੱਤੇ ਵੇਖਣ ਨਾਲ ਮੇਰੀਆਂ ਅੱਖਾਂ ਖਿੱਚ ਜਾਂਦੀਆਂ ਨੇ। ਫਿਰ ਵੀ ਅੰਦਾਜ਼ਿਆਂ 'ਚ ਦਿਸਣ ਦੀ ਝਲਕ ਨੂੰ ਮੰਨਣਾ ਹੀ ਪੈਂਦਾ ਹੈ। ਮੈਂ ਸਭ ਤੋਂ ਪਹਿਲਾਂ ਫਿਰਕੀ ਦੇ ਪਿੰਡ ਜਾਵਾਂਗਾ। ਇਹਨਾਂ ਦਿਨਾਂ 'ਚ ਕੀ ਵਾਪਰਿਆ ਉਹਦੀ ਜਾਣਕਾਰੀ ਲਵਾਂਗਾ। ਮੈਨੂੰ ਸਾਹਮਣੇ ਚੱਲਦੀ ਕੁਲਾੜੀ ਦਿਸੀ। ਮੇਰਾ ਜੀਅ ਕੀਤਾ ਮੈਂ ਸੱਜਰੇ ਪੀੜੇ ਹੋਏ ਗੰਨਿਆਂ ਕੋਲੋਂ ਲੰਘਾਂ ਤਾਂ ਖੋਈ 'ਚੋਂ ਰਸ ਦੀ ਖੁਸ਼ਬੂ ਸੁੰਘ ਸਕਾਂ। ਇਹ 3 ਕਦਮਾਂ ਦੀ ਦੂਰੀ ਤੱਕ ਆ ਸਕਦੀ ਸੀ। ਮੈਂ ਭੁੱਲ ਕੇ 1 ਕਦਮ ਦੀ ਦੂਰੀ ਕੋਲੋਂ ਲੰਘਿਆ। ਖਾਲਸਾ ਜੀ ਰਸ ਪੀ ਲਓ। ਮੈਂ ਪਛਾਣਿਆ ਗਿਆ ਸਾਂ। ਬੁੱਕਲ 'ਚ ਕੇ 47 ਨੂੰ ਸੰਭਾਲਿਆ। ਰਸਤੇ 'ਚ ਤੁਰਦਿਆਂ ਸੋਚਦਾ ਰਿਹਾ, ਇਸ ਮਿਠਾਸ 'ਚ ਕਿੰਨੀ ਤਾਕਤ ਸੀ। ਅੱਜ 2 ਸਾਲ ਬਾਅਦ ਰਸ ਪੀਤਾ ਸੀ। ਨਜ਼ਰਾਂ ਵੀ ਤਾਂ ਇਹੋ ਚਾਹੁੰਦੀਆਂ ਸਨ ਕਿ ਚੌਕਸੀ ਛੱਡ ਕੇ ਖੇਤਾਂ 'ਚ ਝਾਕਿਆ ਜਾਵੇ। ਕੋਰੇ ਨਾਲ ਆਗਾਂ ਦੇ ਰੰਗ ਪੀਲੇ ਪੈ ਰਹੇ ਸਨ। ਹਾਲੇ ਵੀ ਇਹਨਾਂ ਪਿੰਡਾਂ ਦੇ ਲੋਕ ਇੱਕ ਦੂਜੇ ਦੇ ਗੰਨੇ ਘੜਨ ਜਾਂਦੇ ਸਨ। ਸਾਹਮਣੇ ਵਾਢੇ 'ਚ ਲੋਕ ਗੱਲਾਂ ਕਰਦੇ ਗੰਨੇ ਘੜੀ ਜਾ ਰਹੇ ਸਨ। ਪਿੰਡ ਕੋਲੋਂ ਲੰਘਦਿਆਂ ਖੇਡਦੇ ਬੱਚਿਆਂ ਦੀ ਗਿਣਤੀ ਕਰਨ ਨੂੰ ਜੀਅ ਕੀਤਾ। ਅਗਲੇ ਘਰ 'ਚ ਲਾਬੇ ਟਾਊਟ ਦਾ ਸੁੱਕਦਾ ਕਛਹਿਰਾ ਦਿਸਿਆ। ਉਹਦੇ ਨਾਲ ਹੀ ਸੁੱਕਦੀ ਡਬਲ ਬੈੱਡ ਦੀ ਚਾਦਰ ਦਿਸੀ। ਇਹਨੂੰ ਕੀ ਲੋੜ ਪੈ ਗਈ ਡਬਲ ਬੈੱਡ ਦੀ? ਫਿਰਕੀ ਲਈ ਇਹ ਸਵਾਲ ਬਣ ਗਿਆ ਸੀ। ਸੁਨੇਹੇ ਤੋਂ ਪਤਾ ਲੱਗਿਆ ਫਿਰਕੀ ਘਰ ਨਹੀਂ ਸੀ। ਉਹਦੀ ਜਗ੍ਹਾ ਉਹਦਾ ਅਗਲਾ ਸਨੇਹੀ ਆਇਆ। ਉਹ ਬਿਲਕੁਲ ਹੀ ਅਣਦਾੜੀਆ ਮੁੰਡਾ ਸੀ। ਮੈਨੂੰ ਉਹ 2 ਇੱਖਾਂ ਵਿਚਲੀ ਡੋਲ ਵਿੱਚੋਂ ਲੰਘਾ ਇੱਕ ਚੋਈ ਦੇ ਕੰਢੇ ਲੈ ਗਿਆ, ਜਿੱਥੇ ਸੁੰਨਸਾਨ ਜਗ੍ਹਾ 'ਤੇ ਇੱਕ ਘਿੱਲੀ ਪਈ ਸੀ। ਘਾੜ 'ਚ ਕਦੇ ਮਾਰੂ ਖੇਤਾਂ ਦੀ ਸੁੱਕਦੀ ਗਿੱਲ ਨੂੰ ਚੜ੍ਹਾਉਣ ਲਈ ਘੁੰਮਦੀ ਹੁੰਦੀ ਸੀ। ਮੇਰੇ ਬਚਪਨ 'ਚ ਜੇਠ ਜਾਂ ਕੱਤਕ ਦੇ ਸ਼ੁਰੂ 'ਚ ਸੁੱਕੇ ਖੇਤਾਂ 'ਚ ਘੁੰਮਦੀਆਂ ਦਿਸਦੀਆਂ ਸੀ। ਪਤਾ ਨਹੀਂ ਕਿਉਂ ਮੈਂ ਇਹਦੇ ਬਾਰੇ ਇੰਨਾ ਲੰਬਾ ਸੋਚਿਆ। ਸ਼ਾਇਦ ਇਸ ਕਰਕੇ ਕਿ ਹੁਣ ਇਹਦੀ ਕਿਸੇ ਨੂੰ ਲੋੜ ਨਹੀਂ, ਪਰ ਇੰਨੀ ਭਾਰੀ ਸੀ ਕਿ ਕੋਈ ਸੌਖਿਆਂ ਲਿਜਾ ਵੀ ਨਹੀਂ ਸੀ ਸਕਦਾ। ਇਹਨੂੰ ਖਿੱਚਣ ਲਈ ਬਲਦਾਂ ਦੀਆਂ ਜੋੜੀਆਂ ਵੀ ਪਿੰਡ 'ਚ ਨਹੀਂ ਸੀ ਰਹੀਆਂ। ਅਸੀਂ ਅੱਧ ਤੱਕ ਚੜ੍ਹੀ ਸਿਉਂਕ ਨੂੰ ਝਾੜ ਕੇ ਇਹਦੇ ਉੱਪਰ ਬੈਠ ਗਏ ਸੀ। ਮੈਂ ਉਹਦੇ ਕੋਲੋਂ ਬਹੁਤ ਸਾਰੀਆਂ ਜਾਣਕਾਰੀਆਂ ਲਈਆਂ। ਇਹ ਵੀ ਪਤਾ ਕੀਤਾ ਕਿ ਲਾਬੇ ਟਾਊਟ ਨੇ ਕੋਈ ਪਹਾੜਨ ਲਿਆਂਦੀ ਹੈ। ਮੈਂ ਉਸ ਚਿਹਰੇ ਨੂੰ ਕਈ ਵਾਰ ਧਿਆਨ ਨਾਲ ਵੇਖਿਆ। ਅਜਿਹੇ ਚਿਹਰੇ ਜ਼ਿਆਦਾ ਦੇਰ ਪਿੰਡ 'ਚ ਨਹੀਂ ਟਿਕਦੇ। ਨਿਸ਼ਾਨਾ ਤਾਂ ਮਨਮਰਜ਼ੀ ਨਾਲ ਜਿਉਣ ਦਾ ਹੀ ਸੀ। ਅਜਿਹੀ ਸ਼ੁਰੂਆਤ ਵੇਲੇ ਭੈ ਮਨ ਪਰਚਾਵੇ ਵਾਂਗ ਜਾਪਦੇ ਨੇ। ਫਿਰ ਉਹਨੇ ਬੁੱਕਲ 'ਚੋਂ ਕੱਢ ਕੇ ਮੈਨੂੰ AK ਫੜਾਈ, ਜੋ ਮੈਂ ਫਿਰਕੀ ਤੋਂ ਮੰਗਵਾਈ ਸੀ। ਤੂੰ ਅਗਲੇ ਪਿੰਡ ਤੱਕ ਛੱਡ ਕੇ ਆ। ਹਥਿਆਰ ਬੁੱਕਲ 'ਚ ਹੀ ਰੱਖ। ਤੇ ਅਸੀਂ ਦੁਬਾਰਾ ਆਪਣੀ ਠਾਰ ਵੱਲ ਮੁੜ ਪਏ। ਸਾਡੇ ਅੱਗਿਓਂ ਬਲਦਾਂ ਦੀ ਇੱਕ ਜੋੜੀ ਲੰਘੀ। ਉਹਨਾਂ ਦੇ ਗਲਾਂ 'ਚ ਕੁਝ ਵੀ ਨਹੀਂ ਸੀ ਪਾਇਆ। ਅਖੀਰਲੇ ਸਾਲਾਂ 'ਚ ਬਲਦਾਂ ਦੇ ਗਲਾਂ ਦੀਆਂ ਟੱਲੀਆਂ ਖੋਲ੍ਹ ਦਿੱਤੀਆਂ ਗਈਆਂ ਸਨ। ਗੋਕਾ ਬਿਨਾਂ ਟੁਣਕਾਰ ਤੋਂ ਵਿਛੜਨਾ ਸੀ। ਕੁਝ ਸਾਲ ਪਹਿਲਾਂ ਤੱਕ ਇਹਨਾਂ ਪਹੀਆਂ 'ਚੋਂ ਆਗਿਆਕਾਰ ਜੋੜੀਆਂ ਦੀ ਟੁਣਕਾਰ ਲੰਘਦੀ ਸੀ। ਇਹ ਬੰਦਾ ਕੌਣ ਹੈ? ਮੇਰਾ ਪੁੱਛਣ ਨੂੰ ਜੀਅ ਕੀਤਾ। ਮੇਰਾ ਚਾਚਾ ਹੈ ਜੀ, ਖਤਰੇ ਵਾਲੀ ਕੋਈ ਗੱਲ ਨਹੀਂ। ਅਸੀਂ ਤੁਰਦੇ ਤੁਰਦੇ ਅਗਲੇ ਪਿੰਡ ਦੇ ਬੰਨੇ ਤੱਕ ਪਹੁੰਚ ਗਏ ਸਾਂ। ਸਾਡੇ ਅੱਗੇ 2 ਬੰਦੇ ਜਾ ਰਹੇ ਸਨ। ਇੱਕ ਦੇ ਹੱਥ 'ਚ ਕੁੱਤੇ ਦੀ ਸੰਗਲੀ ਸੀ। ਕੁੱਤੇ ਦੀ ਉਮਰ ਬੰਦੇ ਨਾਲੋਂ ਛੋਟੀ ਹੁੰਦੀ ਹੈ। ਉਹ ਆਪਣੀਆਂ ਗੱਲਾਂ 'ਚ ਮਸਤ ਸਨ। ਉਹਨਾਂ ਨੂੰ ਸਾਡੇ ਬਾਰੇ ਕੁਝ ਵੀ ਪਤਾ ਨਹੀਂ ਸੀ। ਆਪਣੀ ਉਮਰ 'ਚ ਬੰਦਾ 4-5 ਕੁੱਤੇ ਪਾਲ ਸਕਦਾ ਹੈ, ਜੇ ਮੁਲਾਜ਼ਾ ਬਣਿਆ ਰਵੇ ਤਾਂ। ਪਹਿਲੀ ਸ਼ੂਕ ਦੀ ਗੋਲੀ ਮੇਰੇ ਅੰਗਾਂ ਨੂੰ ਛੂੰਹਦੀ ਲੰਘ ਗਈ। ਸਾਫ਼ ਸੀ, ਨਿਸ਼ਾਨਾ ਮੈਂ ਹੀ ਸੀ। ਮੈਂ ਸੁੰਗੜ ਕੇ ਧਰਤੀ 'ਤੇ ਪੈ ਗਿਆ ਸੀ। ਬਹੁਤ ਸਾਰੇ ਧਮਾਕੇ ਫਿਰ ਮੇਰੇ ਪਿੰਡੇ ਉੱਪਰੋਂ ਦੀ ਲੰਘੇ। ਮੇਰੇ ਸਾਹਮਣੇ ਕੁੱਤੇ ਵਾਲਾ ਬੰਦਾ ਆਖਰੀ ਸਾਹਾਂ 'ਚ ਸੀ। ਕੁਛ ਦੇਰ ਤੋਂ ਮੈਨੂੰ ਜਾਪਿਆ ਸੀ ਕਿ ਮੇਰਾ ਪਿੱਛਾ ਕੀਤਾ ਜਾ ਰਿਹਾ ਹੈ। ਹਾਲ ਦੀ ਘੜੀ ਇਹ ਪਤਾ ਨਹੀਂ ਸੀ ਕਿ ਮੈਂ ਘੇਰੇ 'ਚ ਜਾਂ ਮੁੱਠ ਭੇੜ 'ਚ। ਅੰਦਾਜ਼ੇ ਨਾਲ ਮੈਂ ਪਹਿਲਾ ਬਰਸਟ ਮਾਰਿਆ। ਕੁਛ ਦੂਰ ਕੋਈ ਟਾਹਣੀ ਵਾਂਗ ਟੁੱਟ ਕੇ ਡਿੱਗਿਆ। ਕੁੱਤੇ ਦੀ ਉਮਰ ਦੱਸਣ ਵਾਲਾ ਬੰਦਾ ਸਦਾ ਲਈ ਸੌਂ ਚੁੱਕਾ ਸੀ। ਉਹਦੀ ਗਰਦਨ ਹੇਠ ਆਈ ਸੰਗਲੀ ਦੇ ਭੁਲੇਖੇ ਕਾਰਨ ਕੁੱਤਾ ਹਾਲੇ ਵੀ ਉੱਥੇ ਹੀ ਖੜ੍ਹਾ ਸੀ। ਅਚਾਨਕ ਮੈਨੂੰ ਲੰਮੇ ਸਾਹ ਲੈਂਦਿਆਂ ਮੇਰੇ ਪਿੱਛੇ ਪਿਆ ਉਹ ਅਣਦਾੜੀਆ ਮੁੰਡਾ ਦਿਸਿਆ। ਉਹਦੀਆਂ ਅੱਖਾਂ ਬਾਹਰ ਆ ਗਈਆਂ ਸੀ, ਜੋ ਥੋੜ੍ਹੀ ਦੇਰ ਪਹਿਲਾਂ ਇੱਛਾਵਾਂ ਨਾਲ ਭਰੀਆਂ ਪਈਆਂ ਸੀ। ਮੈਂ ਉਹਦੀ ਬਾਂਹ ਥੱਲਿਓਂ ਮੈਗਜ਼ੀਨ ਕੱਢਿਆ। ਉਹਦੀਆਂ ਨਵੀਆਂ ਫੁੱਟੀਆਂ ਮੁੱਛਾਂ ਉੱਪਰ ਤਰੇਲ ਪਈ ਸੀ। ਮੈਂ ਦਰਖਤਾਂ ਦੀ ਓਟ 'ਚ ਹੋ ਕੇ ਮੁਕਾਬਲਾ ਕਰਨ ਬਾਰੇ ਸੋਚਿਆ। ਉਹਨਾਂ ਦੀ ਓਟ ਲੈਂਦਾ ਮੈਂ ਨਿਸ਼ਾਨੇ ਤੋਂ ਦੂਰ ਹੁੰਦਾ ਗਿਆ। ਅੱਜ ਪਤਾ ਲੱਗਿਆ, ਰੁੱਖਾਂ ਦੀਆਂ ਓਟਾਂ ਕੰਧਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੁੰਦੀਆਂ ਨੇ। ਪਰ ਮੇਰਾ ਸਾਰਾ ਜਿਸਮ ਛਿੱਲਿਆ ਗਿਆ ਸੀ। ਚੁਫੇਰਿਓਂ ਟਰੱਕਾਂ ਜੀਪਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਸੀ, ਜਿਵੇਂ ਅਕਸਰ ਵੱਡੇ ਮੁਕਾਬਲੇ ਦੀ ਤਿਆਰੀ ਤੋਂ ਪਹਿਲਾਂ ਆਉਂਦੀ ਹੁੰਦੀ ਸੀ। ਮੈਂ ਕੂਣੀਆਂ ਭਾਰ ਅੱਗੇ ਵੱਧਦਾ ਗਿਆ। ਮੇਰੇ ਕੋਲ ਹਾਲੇ ਵੀ ਮੇਰੀ ਮਰਜ਼ੀ ਦੀ ਮੌਤ ਦਾ ਵਿਕਲਪ ਸੀ। ਮੈਂ ਕਈ ਵਾਰ ਸਾਈਨਾਈਡ ਨੂੰ ਟੋਹ ਚੁੱਕਿਆ ਸੀ। ਦੂਜੇ ਦਿਨ ਹਲਕੇ ਜਿਹੇ ਹਲੂਣੇ ਨਾਲ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਇੱਖ ਵਿੱਚ ਸੀ।
ਅਸਮਾਨ ਤੋਂ ਜਾਪਦਾ ਸੀ ਦਿਨ ਛਿਪਣ ਵਾਲਾ ਹੈ। ਇੱਕ ਦੇ ਖੇਤ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ ਮੈਂ ਸਾਈਨਾਈਡ ਵਾਲੀ ਜੇਬ ਢੋਹੀ। ਮਰਦੇ ਮਰਦੇ ਬਚ ਜਾਣ ਤੋਂ ਬਾਅਦ ਇਹ ਬੜੀ ਦਿਆਲੂ ਜਾਪਦੀ ਹੈ, ਜਿਵੇਂ ਨਾ ਵਰਤੋਂ ਕਰਾ ਕੇ ਦੋਸਤੀ ਨਿਭਾਈ ਹੋਵੇ। ਹੁਣ ਚੁਫੇਰੇ ਹਨੇਰਾ ਹੋ ਚੁੱਕਿਆ ਸੀ। ਹਾਲੇ ਮੇਰਾ ਟਿਕਾਣਾ ਘੱਟੋ ਘੱਟ 3 ਕਿਲੋਮੀਟਰ ਦੂਰ ਸੀ। ਮੇਰਾ ਹੋਰਾਂ ਲਈ ਦਿਸਣਾ ਕਿੰਨਾ ਖਤਰਨਾਕ ਹੋ ਚੱਲਿਆ ਸੀ, ਪਰ ਆਪਣੇ ਲਈ ਮੈਂ ਨਿੱਸਲ ਨਹੀਂ ਸਾਂ ਹੋ ਸਕਦਾ। ਮੈਂ ਜ਼ਖਮੀ ਹਾਲਤ ਵਿੱਚ ਵੀ ਅਗਲਾ ਸਫ਼ਰ ਤੈਅ ਕਰਨ ਦਾ ਫੈਸਲਾ ਕੀਤਾ। ਮੇਰੀਆਂ ਅੱਖਾਂ ਅੱਗੇ ਹਨੇਰਾ ਆ ਰਿਹਾ ਸੀ। ਇਹ ਰਾਤ ਦਾ ਹਨੇਰਾ ਨਹੀਂ ਸੀ। ਮੇਰੇ ਦਿਸਣ ਦੇ ਧੀਰਜ ਵਿੱਚ ਕਮਜ਼ੋਰ ਹੋ ਰਹੇ ਵਲਵਲੇ ਸਨ, ਜਿਨ੍ਹਾਂ 'ਚੋਂ ਜੋ ਦਿਸਦਾ ਵੀ ਸੀ ਉਹ 'ਤੇ ਭਰੋਸਾ ਨਹੀਂ ਸੀ ਹੋ ਰਿਹਾ। ਮੇਰੇ ਅੰਗਾਂ ਦੀਆਂ ਬੁਨਿਆਦੀ ਹਰਕਤਾਂ ਆਪਣਾ ਤਾਲਮੇਲ ਖੋ ਰਹੀਆਂ ਸਨ। ਸਮਝ ਨਹੀਂ ਸੀ ਆ ਰਹੀ ਮੈਂ ਕਿੰਨਾ ਜ਼ਖਮੀ ਹਾਂ, ਕਿੰਨਾ ਥਕਾਵਟ 'ਚ ਹਾਂ। ਅਜਿਹੇ ਵੇਲੇ ਮੈਨੂੰ ਸਾਹਮਣੇ ਨਦੀ ਦਿਸੀ। ਘਾੜ ਦੀਆਂ ਨਦੀਆਂ ਨੇ ਹਾਲੇ ਤੱਕ ਆਪਣੀ ਗੋਦੀ ਸੰਭਾਲੀ ਹੋਈ ਸੀ। ਮੈਂ ਆਪਣੇ ਜਾਣੀ ਪਛਾਣੀ ਨਦੀ ਦੇ ਪੱਟ ਵਿਚਕਾਰ ਤੁਰਦਾ ਗਿਆ। ਦੋਵੇਂ ਪਾਲਾਂ ਉੱਤੇ ਝੁੰਡਾਂ ਦੀ ਓਟ ਸੀ। ਇਸ ਨਦੀ ਨੇ ਉਸ ਪਿੰਡ ਦੀ ਪਿੱਠ ਕੋਲੋਂ ਹੀ ਲੰਘਣਾ ਸੀ, ਜਿੱਥੇ ਮੇਰਾ ਟਿਕਾਣਾ ਸੀ। ਤੁਰਦਿਆਂ ਤੁਰਦਿਆਂ ਮੈਨੂੰ ਜਾਪਣ ਲੱਗਾ ਜਿਵੇਂ ਮੈਂ ਵਗਣ ਲੱਗਾ ਹੋਵਾਂ। ਨਦੀ ਨੇ ਮੈਨੂੰ ਪਛਾਣ ਲਿਆ ਹੋਵੇ। ਮੁੜ ਕੇ ਮੈਨੂੰ ਸਾਈਨਾਈਡ ਦੀ ਯਾਦ ਨਹੀਂ ਆਈ। ਨਦੀ ਬਿਨਾਂ ਪਾਣੀ ਤੋਂ ਵੀ ਆਪਣਾ ਪੱਟ ਤੋਰ ਲੈਂਦੀ ਹੈ। ਜਿਸ ਦਿਨ ਮੈਂ ਬਹੁਤ ਹੀ ਜ਼ਿਆਦਾ ਖਤਰਿਆਂ 'ਚੋਂ ਲੰਘ ਕੇ ਆਉਂਦਾ, ਉਸ ਰਾਤ ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਜਾਗ ਕੇ ਆਪਣੇ ਨਾਲ ਇੱਕ ਸਰਲ ਜਿਹਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਮੈਂ ਇੱਕ ਜਗ੍ਹਾ ਟਿਕ ਕੇ ਨਹੀਂ ਰਿਹਾ ਹੁੰਦਾ। ਮੇਰਾ ਸੁਚੇਤ ਰਹਿਣਾ ਅਤੇ ਭੈ-ਭੀਤ ਹੋਣ ਵਿਚਲਾ ਫਰਕ ਮਿਟਦਾ ਜਾਂਦਾ ਹੈ। ਸ਼ਾਇਦ ਦੋਵਾਂ ਨੇ ਇੱਕ ਦੂਜੇ ਨੂੰ ਪਛਾਣ ਲਿਆ ਹੋਵੇ। ਫਿਰ ਵੀ ਨੀਂਦ ਤੋਂ ਪਹਿਲਾਂ ਮੈਂ ਕਿਸੇ ਸੁਪਨੇ ਦੀ ਕਲਪਨਾ ਪੂਰੀ ਕਰਨਾ ਚਾਹੁੰਦਾ ਸਾਂ। ਉਸ ਰਾਤ ਫਿਰ ਮੈਨੂੰ ਅੰਗਾਂ ਦੇ ਸੁਪਨੇ ਆਉਂਦੇ ਨੇ। ਅੱਜ ਦੇ ਸੁਪਨੇ 'ਚ ਮੈਂ ਅੱਖਾਂ, ਨੱਕ, ਕੰਨਾਂ ਨਾਲ ਜੇਬਾਂ ਭਰਨ ਲੱਗਦਾ। ਇਹਨਾਂ ਅੰਗਾਂ ਦੀ ਅੱਜ ਕੱਲ੍ਹ ਬਹੁਤ ਮੈਨੂੰ ਲੋੜ ਹੈ, ਪਰ ਇਹ ਸਮਝ ਨਹੀਂ ਆਉਂਦਾ ਇਹ ਅੰਗਾਂ ਦੇ ਢੇਰ ਲਾਏ ਕਿਸ ਨੇ ਸਨ। ਇਹ ਢੇਰ ਬਿਲਕੁਲ ਫਸਲਾਂ ਵਰਗੇ ਜਾਪਦੇ। ਮੈਂ ਜ਼ਿਆਦਾ ਅੱਖਾਂ ਚੁੱਕਦਾ, ਪਰ ਉਹ 2 ਤੋਂ ਵੱਧ ਜੇਬਾਂ 'ਚ ਟਿਕਦੀਆਂ ਹੀ ਨਹੀਂ। ਅੱਖਾਂ ਦੀ ਅਜੀਬ ਤਿਲਕਣ ਸੀ। ਫਿਰ ਸਮਝ ਆਈ ਕਿ 2 ਤਾਂ ਮੇਰੇ ਕੋਲ ਪਹਿਲਾਂ ਹੀ ਸਨ। ਫਿਰ ਬਿਨਾਂ ਅੱਖਾਂ ਤੋਂ ਇੱਕ ਜੀਭ ਨੇ ਝਾਕਿਆ ਅਤੇ ਉਹ ਹੱਸ ਪਈ। ਇੱਕ ਹੀ ਹੱਸ ਸਕਦਾ ਹੈ। ਜਾਗ ਖੁੱਲ੍ਹੀ। ਇੰਨਾ ਗਹਿਰਾ ਸੁਪਨਾ ਤਾਂ ਮੈਨੂੰ ਖੁਦ ਨੂੰ ਪੂਰਾ ਸਮਝ ਨਹੀਂ ਸੀ ਆਇਆ। ਥੋੜ੍ਹੀ ਤਲਖੀ ਵੀ ਹੋਈ, ਪਰ ਕੋਲ ਤਾਂ ਕੋਈ ਹੈ ਹੀ ਨਹੀਂ ਸੀ। ਫਿਰ ਅਹਿਸਾਸ ਹੋਇਆ ਕਿ ਕਈ ਦਿਨਾਂ ਤੋਂ ਮੈਂ ਤਾਂ ਮੁਸਕਰਾਇਆ ਹੀ ਨਹੀਂ ਸੀ। ਕੱਲ੍ਹ ਹਮਲੇ ਤੋਂ ਪਹਿਲਾਂ ਇੱਕ ਪਿੰਡ ਕੋਲੋਂ ਲੰਘਦਿਆਂ ਗੋਦੀ 'ਚ ਬੈਠਾ ਇੱਕ ਬੱਚਾ ਮੇਰੇ ਵੱਲ ਵੇਖ ਕੇ ਮੁਸਕਰਾਇਆ ਸੀ। ਇਸ ਤਰ੍ਹਾਂ ਹਥਿਆਰ ਸਮੇਤ ਮੈਨੂੰ ਵੇਖ ਕੇ ਹੋਰ ਕੋਈ ਹੱਸ ਵੀ ਨਹੀਂ ਸੀ ਸਕਦਾ। ਕੁਝ ਭੁੱਲੇ ਵਿਸਰੇ ਜਜ਼ਬੇ ਅੰਗੜਾਈ ਲੈਣ ਲੱਗੇ ਸਨ। ਫਿਰ ਮੈਨੂੰ ਲੱਗਿਆ ਕਿ ਮੈਂ ਚੋਰੀ ਛਿਪੇ ਮੁਸਕਰਾ ਚੁੱਕਾ ਹਾਂ। ਅਜੀਬ ਰਾਤ ਸੀ। ਨੀਂਦ ਨਹੀਂ ਸੀ ਆ ਰਹੀ। ਦਾਦੀ ਕਹਿੰਦੀ ਹੁੰਦੀ ਸੀ, ਜੇ ਨੀਂਦ ਨਾ ਆਵੇ ਤਾਂ ਹੱਸੋ। ਪਰ ਜੇ ਅਸੀਂ ਹੱਸਦੇ ਹੱਸਦੇ ਸੌਣਾ ਭੁੱਲ ਜਾਂਦੇ ਤਾਂ ਉਹ ਕਹਿੰਦੀ, ਕਿਆ ਹੱਸੀ ਜਾਂਦੇ, ਸੌਣਾ ਨਹੀਂ। ਉਹ ਹੱਸਣ ਨੂੰ ਦੋਵੇਂ ਢੰਗਾਂ ਨਾਲ ਵਰਤ ਲੈਂਦੀ ਸੀ, ਪਰ ਮੈਂ ਤਾਂ ਇਕੱਲਾ ਬਹੁਤ ਘੱਟ ਹੱਸਿਆ ਸਾਂ। ਜੇ ਹੱਸਿਆ ਵੀ ਸਾਂ ਤਾਂ ਕੁਝ ਭੁੱਲਣ ਲਈ ਹੱਸਿਆ ਸਾਂ। ਪਰ ਦਾਦੀ ਹੱਸਣ ਤੋਂ ਬਿਨਾਂ ਸੌਣ ਦੀ ਕੋਈ ਹੋਰ ਵਿਧੀ ਦੱਸ ਕੇ ਨਹੀਂ ਸੀ ਗਈ। ਧੰਨਵਾਦ। ਚੱਲਦਾ।